ਬਲਵਿੰਦਰ ਸਿੰਘ ਨੇ ਦੂਸਰੇ ਗਰੁੱਪ ਅੰਦਰ ਲਿਖਿਆ ਹੈ। ਗੁਰੂ ਜੀ ਆਪ ਜੀ ਨੂੰ ਕੋਟਾਨ ਕੋਟ ਨਮਸਕਾਰ। ਉੱਪਰ ਲਿਖਿਆ ਹੈ, ਗੁਰੂ ਜੀ ਆਪ ਦੇ ਬਚਨ ਕਮਾਲ ਦੇ ਉੱਚੇ ਹਨ, ਕਿਰਪਾ ਕਰਕੇ ਜਾਰੀ ਰੱਖੋ। ਕਮਾਲ ਦੀ ਗੱਲ ਹੈ। ਇਹ ਕਿਰਪਾ ਕਰਨੀ ਬੜੀ ਔਖੀ ਹੈ। ਤੁਸੀਂ ਕਿਰਪਾ ਕਰਕੇ ਸੁਣ ਲਓ। ਤੁਸੀਂ ਮੈਨੂੰ ਕਹਿੰਦੇ ਹੋ ਵੀ ਬੋਲਦੇ ਰਹੋ। ਮੈਂ ਕਹਿੰਦਾ ਹਾਂ ਵੀ ਮੈਂ ਬੋਲ ਰਿਹਾ ਹਾਂ ਸਿਰਫ ਤੁਹਾਨੂੰ ਸੁਣਾਉਣ ਵਾਸਤੇ। ਤੁਸੀਂ ਸੁਣ ਲਓ, ਫਿਰ ਮੇਰੇ ਬੋਲਣ ਦੀ ਲੋੜ ਥੋੜ੍ਹੀ ਹੈ। ਬੋਲਿਆ ਜਾ ਰਿਹਾ ਹੈ ਸਿਰਫ ਸੁਣਾਉਣ ਵਾਸਤੇ। ਕਿਸੇ ਦਿਨ ਉਹ ਜੋ ਤੁਸੀਂ ਵਾਸਤਵਿਕ ਹੈ ਨਾ, ਉਹਨੂੰ ਸੁਣ ਲਓ। ਤੋ ਉਸ ਇੱਕ ਨੂੰ ਸੁਣਾਉਣ ਵਾਸਤੇ ਹੀ ਬਹੁਤ ਢੰਗ ਨਾਲ ਬੋਲਿਆ ਜਾਂਦਾ ਹੈ। ਇੱਕ ਨੂੰ ਸਮਝਾਉਣ ਵਾਸਤੇ ਹੀ ਬਹੁਤ ਢੰਗ ਨਾਲ ਸਮਝਾਇਆ ਜਾਂਦਾ ਹੈ। ਇੱਕ ਵੱਲ ਤੋਰਨ ਵਾਸਤੇ ਹੀ ਬਹੁਤੇ ਤਰਫਾਂ ਤੋਂ ਧਿਆਨ ਨੂੰ ਹਟਾਇਆ ਜਾਂਦਾ ਹੈ। ਹਟਾਉਣ ਵਾਸਤੇ ਬੋਲਿਆ ਜਾਂਦਾ ਹੈ। ਆਉਣਾ ਇੱਕ ਵੱਲ ਨੂੰ ਹੀ, ਇੱਕ ਵੱਲ ਨੂੰ ਇਸ਼ਾਰਾ ਹੈ। ਇਸ਼ਾਰੇ ਨੂੰ ਸਮਝ ਜਾਓ ਤੁਸੀਂ, ਇਸ ਕਰਕੇ ਬੋਲਿਆ ਜਾ ਰਿਹਾ। ਪਰ ਐਸਾ ਨਾ ਹੋਵੇ, ਜ਼ਿਆਦਾਤਰ ਐਸਾ ਹੀ ਹੁੰਦਾ ਹੈ ਕਿ ਸੁਣਨ ਵਾਲੇ ਸੁਣਨ ਦੇ ਆਦੀ ਹੋ ਜਾਂਦੇ ਹਨ, ਜਾਂ ਬਹੁਤੇ ਇਹ ਸੁਣ ਕੇ ਗਿਆਨ ਇਕੱਠਾ ਕਰ ਲੈਂਦੇ ਹਨ ਅਤੇ ਸਮਝ ਜਾਂਦੇ ਹਨ ਵੀ ਗਿਆਨ ਹੋ ਗਿਆ। ਕਿਉਂਕਿ ਹੁਣ ਜਿਹੜਾ ਸੁਣ ਰਹੇ ਹੋ, ਤੁਸੀਂ ਸਮਝ ਰਹੇ ਹੋ, ਉਹ ਤੁਹਾਡੀ ਸਮਝਦਾਰੀ ਬਣ ਰਹੀ ਹੈ ਨਾ। ਤੁਸੀਂ ਦੂਸਰਿਆਂ ਨੂੰ ਸਮਝਾਓਗੇ ਤਾਂ ਗਿਆਨ ਬਣ ਜਾਵੇਗਾ। ਝੂਠਾ ਗਿਆਨ, ਜਿਹਨੂੰ ਚੁੰਚ ਗਿਆਨ ਗਿਆ, ਕਿ ਬਾਹਰੋਂ ਸੁਣ ਕੇ ਸਮਝਿਆ ਗਿਆ, ਅਤੇ ਪੰਡਿਤ ਬਣ ਜਾਓਗੇ। ਅਤੇ ਜਿਵੇਂ ਪੰਡਤਾਂ ਨੂੰ ਕਿਹਾ ਹੈ ਨਾ, ਡੁੱਬੇ ਚਾਹੋਂ ਵੇਦ ਮੇ ਚੇਲੇ ਦੀਏ ਬਹਾਏ। ਵੇਦ ਦਾ ਅਰਥ ਹੁੰਦਾ ਗਿਆਨ। ਦੇਖੋ, ਗਿਆਨ ਦੇ ਵਿੱਚ ਵੀ ਲੋਕ ਡੁੱਬ ਜਾਂਦੇ। ਜਿਹੜਾ ਗਿਆਨ ਤਾਰਨ ਵਾਸਤੇ ਹੈ, ਉਹਦੇ ਵਿੱਚ ਵੀ ਲੋਕ ਡੁੱਬ ਜਾਂਦੇ ਹਨ, ਅਤੇ ਡੁੱਬਦੇ ਸਮਝਦਾਰ ਹੀ ਹਨ। ਕਿਉਂਕਿ ਬੇਸਮਝ ਗਿਆਨ ਨਹੀਂ ਨਾ ਇਕੱਠਾ ਕਰ ਸਕਦੇ। ਅਤੇ ਇਹ ਅਗਰ ਤੁਸੀਂ ਸੁਣ ਕੇ ਸਮਝਣਾ ਸ਼ੁਰੂ ਕਰ ਦਿੱਤਾ, ਅਤੇ ਇਹ ਡਰ ਹੈ, ਤੁਸੀਂ ਫਿਰ ਇੱਕ ਦੂਸਰੀ ਨੀਂਦ ਦੇ ਵਿੱਚ ਸੌਂ ਜਾਓਗੇ। ਜਿਵੇਂ ਸੰਸਾਰ ਦੀ ਨੀਂਦ ਦੇ ਵਿੱਚ ਸੁੱਤਾ ਹੈ ਕੋਈ, ਫਿਰ ਇਹ ਧਾਰਮਿਕ ਵਿਚਾਰਾਂ ਦੀ ਨੀਂਦ ਦੇ ਵਿੱਚ ਸੌਂ ਜਾਂਦਾ ਹੈ ਕੋਈ।
ਬਹੁਤ ਸੁੱਤੇ ਹੋਏ ਹਨ ਗਿਆਨੀ, ਕਥਾਵਾਚਕ ਪ੍ਰਚਾਰਕ, ਸਾਧੂ ਮਹਾਤਮਾ। ਬਹੁਤ ਗਿਆਨ ਹੈ, ਉਹ ਗਿਆਨ ਦੀ ਨੀਂਦ ਦੇ ਵਿੱਚ ਸੌਂ ਗਏ, ਡੁੱਬ ਗਏ। ਤੇ ਇਸ ਕਾਰਨ ਨਹੀਂ ਬੋਲਿਆ ਜਾ ਰਿਹਾ ਹੈ ਵੀ ਤੁਸੀਂ ਸਮਝ ਜਾਓ। ਬੋਲਿਆ ਜਾ ਰਿਹਾ ਹੈ ਇਸ ਕਰਕੇ ਵੀ ਤੁਸੀਂ ਜੋ ਕਿਹਾ ਗਿਆ ਹੈ ਨਾ, ਵੈਸਾ ਹੀ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਓ। ਜਿਵੇਂ ਉਪਦੇਸ਼ ਵੀ ਹੈ ਨਾ ਬਾਬੇ ਨਾਨਕ ਦਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਕਹਿੰਦੇ ਪਹਿਲਾਂ ਸੁਣਿਆ, ਫਿਰ ਮਨਨ ਕੀਤਾ, ਮੰਨਿਆ, ਮੰਨ ਗਿਆ ਮਨ ਵੀ ਠੀਕ ਹੈ, ਗੱਲ ਆ ਗਈ ਨਾ ਸਮਝ ਵਿੱਚ, ਠੀਕ ਹੈ, ਸਤ ਬਚਨ ਸਾਧੂ ਉਪਦੇਸ਼ ਠੀਕ ਕਿਹਾ, ਮੰਨਣ ਵਿੱਚ ਆ ਗਈ, ਮੰਨਿਆ। ਫਿਰ ਉਹਦੇ 'ਤੇ ਭਾਵਨਾ ਆ ਗਈ ਵੀ ਪਿਆਰੀ ਗੱਲ ਹੈ ਬਹੁਤ, ਇਹ ਤਾਂ ਮੰਨਣ ਯੋਗ ਹੈ, ਜੀਵਨ 'ਚ ਧਾਰਨ ਕਰਨ ਯੋਗ ਹੈ, ਤਾਂ ਉਹਨੂੰ ਜੀਵਨ 'ਚ ਧਾਰਨ ਕਰ ਲਿਆ। ਤੇ ਅੰਤਰਗਤ ਤੀਰਥ ਮਲ ਨਾਉ, ਫਿਰ ਕਹਿੰਦੇ ਅੰਦਰ ਨੂੰ ਗਤੀ ਹੋਊਗੀ, ਕਿਉਂਕਿ ਅੰਦਰ ਦੀਆਂ ਗੱਲਾਂ ਹਨ ਨਾ, ਤੇ ਅੰਦਰ ਦੀ ਗੱਲ ਮੰਨੋਗੇ ਤੇ ਅੰਦਰ ਨੂੰ ਜਾਓਗੇ, ਅੰਦਰ ਨੂੰ ਗਤੀ ਹੁੰਦੀ ਹੈ। ਦੇਖੋ ਅੰਤਰਗਤ, ਇੱਕ ਤੇ ਹੈ ਬਾਹਰ ਨੂੰ ਗਤੀ, ਸੰਸਾਰ ਵੱਲ, ਪਦਾਰਥ ਵੱਲ, ਦੂਸਰਾ ਹੈ ਅੰਤਰਗਤੀ, ਪਰਮਾਤਮਾ ਵੱਲ। ਤੇ ਅੰਤਰਗਤੀ ਉਹਦੀ ਹੁੰਦੀ ਹੈ ਜਿਹੜੇ ਅੰਦਰ ਨੂੰ ਗਏ ਹੋਏ ਹਨ, ਉਹਨਾਂ ਦੀਆਂ ਤੁਸੀਂ ਗੱਲਾਂ ਸੁਣੋ, ਉਪਦੇਸ਼ ਸੁਣੋ, ਕਿਉਂਕਿ ਅੰਦਰ ਨੂੰ ਲਿਜਾਣ ਵਾਸਤੇ ਹੀ ਉਹ ਬੋਲ ਰਹੇ ਹਨ, ਆਉਣ ਵਾਸਤੇ ਅੰਦਰ ਨੂੰ, ਅੰਦਰੋਂ ਹੀ ਆਵਾਜ਼ ਦੇ ਰਹੇ ਹਨ ਵੀ ਆ ਜਾਓ ਅੰਦਰ ਨੂੰ। ਅੰਦਰ ਬਹੁਤ ਖੁੱਲ੍ਹਾ ਹੈ, ਬਹੁਤ ਹੀ ਵੱਡਾ ਹੈ, ਐਡਾ ਅੰਦਰ ਹੋ ਹੀ ਨਹੀਂ ਸਕਦਾ ਕਿਸੇ ਦਾ। ਤੁਹਾਡੇ ਅੰਦਰ ਛੋਟੇ ਛੋਟੇ ਹਨ, ਕਮਰੇ ਕਹਿ ਲਓ, ਘਰ ਕਹਿ ਲਓ, ਇੱਧਰ ਤੇ ਬਹੁਤ ਬੜਾ ਹੈ। ਤੇ ਇੱਧਰ ਆ ਜਾਓ, ਅੰਦਰ ਆ ਜਾਓ, ਅੰਤਰਗਤ, ਉੱਥੇ ਤੀਰਥ ਮਲਣਾ। ਕਹਿੰਦੇ ਤੀਰਥ ਦਾ ਇਸ਼ਨਾਨ ਉੱਥੇ ਹੁੰਦਾ, ਬਾਹਰ ਥੋੜ੍ਹੀ। ਬਾਹਰਲੇ ਤੀਰਥਾਂ 'ਤੇ ਸਰੀਰ ਦੀ ਮੈਲ ਲੈ ਜਾਊਗੀ, ਮਨ ਦੀ ਮੈਲ ਕਿਵੇਂ ਲਊਗੀ ਜਾ ਕੇ? ਅੰਦਰਲੇ ਤੀਰਥ 'ਤੇ ਜਾ ਕੇ ਮਨ ਦੀ ਮੈਲ ਲਵੇਗੀ। ਜਦੋਂ ਅੰਦਰ ਉਸ ਘਾਟ 'ਤੇ ਤੁਸੀਂ ਪਹੁੰਚ ਜਾਓਗੇ ਨਾ, ਜਿਹੜਾ ਸੱਤ ਦਾ ਘਾਟ ਹੈ, ਇਸ ਕਰਕੇ ਸਤਿਪੁਰਖਾਂ ਨੂੰ ਤੀਰਥੰਕਰ ਵੀ ਕਿਹਾ ਹੈ ਜੈਨੀਆਂ ਨੇ, ਵੀ ਉਸ ਤੀਰਥ 'ਤੇ ਤੁਸੀਂ ਪਹੁੰਚ ਗਏ, ਉਸ ਘਾਟ 'ਤੇ ਤੁਸੀਂ ਪਹੁੰਚ ਗਏ ਜਿਹੜਾ ਉਹਨਾਂ ਨੇ ਬਣਾਇਆ ਹੈ, ਉੱਥੇ ਇਸ਼ਨਾਨ ਕਰ ਲਿਆ ਤੇ ਇਸ਼ਨਾਨ ਹੋ ਗਿਆ, ਮਨ ਦੀ ਮੈਲ ਲੈ ਗਈ। ਇੱਦਾਂ ਹੌਲੀ ਹੌਲੀ ਮਨ ਦੀ ਮੈਲ ਲਵੇਗੀ, ਫਿਰ ਚਲੇ ਜਾਓਗੇ ਬਾਹਰ ਤੁਸੀਂ, ਫਿਰ ਮੈਲ ਚੜ੍ਹ ਜਾਵੇਗੀ। ਫਿਰ ਸਤਿਪੁਰਖਾਂ ਦੇ ਬਚਨ ਯਾਦ ਆਏ, ਸੁਣੇ, ਫਿਰ ਭਾਵਨਾ ਆਈ, ਫਿਰ ਤੁਸੀਂ ਅੰਦਰ ਨੂੰ ਗਏ, ਫਿਰ ਇਸ਼ਨਾਨ ਹੋ ਗਿਆ। ਫਿਰ ਜਿੰਨੀ ਜਿੰਨੀ ਭਾਵਨਾ ਵੱਧ ਕਰੋਗੇ ਉਹਨਾਂ ਦੇ ਬਚਨਾਂ 'ਤੇ, ਉਹਨਾਂ ਹੀ ਇਸ਼ਨਾਨ ਵੱਧ ਹੋਣ ਲੱਗ ਜਾਵੇਗਾ, ਅਤੇ ਤੁਹਾਡਾ ਮਨ ਸਵੱਛ ਹੋਣ ਲੱਗ ਜਾਵੇਗਾ, ਨਿਰਮਲ ਹੋਣ ਲੱਗ ਜਾਵੇਗਾ, ਮੈਲ ਲੱਥਣੀ ਸ਼ੁਰੂ ਹੋ ਜਾਵੇਗੀ। ਇੱਦਾਂ ਹੀ ਮਨ ਧੁੱਪਦਾ ਹੈ। ਕਿਆ ਹੈ ਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਹੋ ਤੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ। ਨਾਮ ਦੇ ਰੰਗ, ਪ੍ਰੇਮ ਦੇ, ਪਰਮਾਤਮਾ ਦੇ ਪ੍ਰੇਮ ਦੇ ਵਿੱਚ ਧੋ ਲੈਂਦੀ ਹੈ ਮੈਲ। ਅਤੇ ਪਰਮਾਤਮਾ ਦਾ ਪ੍ਰੇਮ ਪਰਮਾਤਮਾ ਦੇ ਪ੍ਰੇਮੀਆਂ ਕੋਲ ਜਾਗਦਾ ਹੈ, ਉਹਨਾਂ ਦੀਆਂ ਗੱਲਾਂ ਸੁਣ ਕੇ, ਅਤੇ ਪਰਮਾਤਮਾ ਵੱਲ ਨੂੰ ਚੱਲਦਾ ਹੈ। ਜਿਵੇਂ ਐਵੇਂ ਸਮਝ ਲਓ ਤੁਸੀਂ ਵੀ ਜਿਹਦਾ ਪ੍ਰੇਮੀ ਹੋਵੇ ਤਾਂ ਵੈਸੀਆਂ ਗੱਲਾਂ ਕਰੇਗਾ ਨਾ। ਧਨ ਦਾ ਪ੍ਰੇਮੀ ਹੈ ਅਤੇ ਧਨ ਦੀਆਂ ਗੱਲਾਂ ਕਰ ਕਰਕੇ ਤੁਹਾਨੂੰ ਪਿੱਛੇ ਤੋਰ ਲਵੇਗਾ।
ਵੀ ਬੜੀ ਕਮਾਈ ਐ ਇਸ ਬਿਜ਼ਨਸ, ਕਈ ਗੱਲਾਂ ਕਰਦੇ ਰਹਿੰਦੇ ਸਾਰੀ ਦਿਹਾੜੀ। ਆਹ ਕੰਮ 'ਚ ਬੜਾ ਫਾਇਦਾ, ਇਸ ਕੰਮ 'ਚ ਬੜਾ, ਉਹ ਗੱਲਾਂ ਕਰ ਕਰਕੇ ਪਿੱਛੇ ਲਾ ਲੈਣਗੇ। ਕਰੋ ਧੰਦਾ। ਅਤੇ ਜਿਹਦਾ ਪ੍ਰੇਮ ਹੋਵੇ ਜਿੱਧਰ ਨੂੰ, ਉੱਧਰ ਨੂੰ ਹੀ ਉਹ ਪਿੱਛੇ ਲਾ ਲੈਂਦਾ। ਕਹਿੰਦੇ ਜੈਸੀ ਸੰਗਤ ਤੈਸੀ ਰੰਗਤ। ਇੱਦਾਂ ਹੀ ਪ੍ਰਮਾਤਮਾ ਦੇ ਪ੍ਰੇਮੀ, ਉਹਨਾਂ ਦੇ ਪਿੱਛੇ ਲੱਗ ਚੱਲੋਗੇ। ਹਮ ਪਾਛੇ ਲਾਗ ਚਲੇ, ਕਿਆ ਹੈ ਨਾ, ਪਿੱਛੇ ਲੱਗ ਚੱਲੇ, ਤੁਰ ਪਏ ਤਾਂ ਉੱਧਰ ਨੂੰ ਲੈ ਕੇ ਤੁਰ ਪੈਣਗੇ। ਅੰਤਰਗਤ ਉੱਥੇ ਫਿਰ ਇਸ਼ਨਾਨ ਹੁੰਦਾ ਹੈ। ਅਤੇ ਬੋਲਿਆ ਇਸੇ ਕਰਕੇ ਹੀ ਜਾ ਰਿਹਾ ਹੈ, ਅਤੇ ਤੁਹਾਡੀ ਅੰਦਰ ਨੂੰ ਗਤੀ ਹੋਵੇ, ਅਤੇ ਆਸਤੇ ਆਸਤੇ ਇਸ਼ਨਾਨ ਹੋਵੇ, ਮਨ ਨਿਰਮਲ ਹੁੰਦਾ ਰਹੇ। ਅਤੇ ਜਦੋਂ ਪੂਰਨ ਸਵੱਛ ਹੋ ਗਿਆ, ਨਿਰਮਲ ਹੋ ਗਿਆ, ਮਨ ਨਿਰਮਲ ਪਿਆ। ਕਬੀਰ ਜੀ ਨੇ ਕਿਹਾ ਹੈ, ਜੈਸਾ ਗੰਗਾ ਨੀਰ, ਬਸ ਸਵੱਛ ਹੋ ਗਿਆ। ਫਿਰ ਪਰਮਾਤਮਾ ਤੁਹਾਡੇ ਪਿੱਛੇ ਜਾਂ ਤੁਸੀਂ ਪਰਮਾਤਮਾ ਪਿੱਛੇ ਇੱਕੋ ਹੀ ਗੱਲ ਹੈ, ਅੱਗੇ ਪਿੱਛੇ ਰਹਿ ਹੀ ਨਹੀਂ ਜਾਂਦਾ ਕੋਈ, ਕਿਉਂਕਿ ਇੱਕ ਹੋ ਜਾਂਦੇ ਆ। ਅਤੇ ਬੋਲਿਆ ਇਸ ਕਰਕੇ ਜਾ ਰਿਹਾ ਹੈ। ਅਤੇ ਮੈਨੂੰ ਨਾ ਕਹੋ ਤੁਸੀਂ ਕਿਰਪਾ ਕਰਕੇ ਬੋਲਣਾ ਜਾਰੀ ਰੱਖੋ। ਮੈਂ ਕਹਿੰਦਾ ਕਿਰਪਾ ਕਰਕੇ ਤੁਸੀਂ ਸੁਣੋ, ਫਿਰ ਬੋਲਣ ਦੀ ਲੋੜ ਨਹੀਂ ਹੈ। ਇਸ ਕਰਕੇ ਮੈਂ ਹੁਣ ਬੋਲ ਵੀ ਘੱਟ ਰਿਹਾ। ਪੁਰਾਣੀਆਂ ਹੀ ਰਿਕਾਰਡਿੰਗਾਂ ਪਾਉਂਦੇ ਹਨ ਗੁਰਮੁਖ ਪਿਆਰੇ। ਮੈਂ ਤਾਂ ਕਦੇ ਕਦੇ 5-7 ਦਿਨ ਰਿਕਾਰਡਿੰਗ ਕਰਕੇ ਪਾਉਣਾ ਹਾਂ। ਅਤੇ ਤੁਹਾਨੂੰ ਵੀ ਮੈਂ ਕਹਿਣਾ ਵੀ ਸੁਣੋ, ਨਾਲ ਨਾਲ ਉਹਦੇ 'ਤੇ ਅਮਲ ਕਰਦੇ ਰਹੋ। ਸਿਰਫ ਸੁਣਨ ਤੱਕ ਸੀਮਤ ਨਾ ਰਹੋ। ਇਹ ਕੰਨ ਰਾਸੀ ਨਾ ਬਣ ਜਾਵੇ। ਬਣ ਸਕਦਾ, ਕਈ ਸਾਰੀ ਜ਼ਿੰਦਗੀ ਸੁਣਦੇ ਹੀ ਰਹਿੰਦੇ ਆ। ਨਹੀਂ, ਸੁਣਨਾ ਹੈ। ਇਸ ਕਰਕੇ ਜਿਵੇਂ ਆਹ ਥੱਲੇ ਲਿਖਿਆ ਹੋਇਆ ਹੈ, ਗੁਰਸ਼ਰਨ ਸਿੰਘ ਨੇ, ਮੇਰੇ ਸੂਰਮੇ ਗੁਰੂ ਜੀ ਨੂੰ ਕੋਟਾਨ ਕੋਟ ਨਮਸਕਾਰ। ਗੁਰੂ ਜੀ, ਆਪ ਅਸੀਂ ਸੰਸਾਰ ਛੱਡਣ ਨੂੰ ਤਿਆਰ ਹਾਂ, ਕੇਵਲ ਤੁਸੀਂ ਹੀ ਛਡਾ ਸਕਦੇ ਹੋ ਜੀ, ਕਿਰਪਾ ਕਰੋ ਜੀ। ਅਸੀਂ ਛਡਾਉਣ ਨੂੰ ਤਿਆਰ ਹਾਂ, ਮੈਂ ਕਹਿੰਦਾ ਤੁਸੀਂ ਕਿਰਪਾ ਕਰੋ, ਛੱਡੋ। ਇਹ ਇਉਂ ਹੀ ਹੈ, ਤੁਸੀਂ ਸਮਝੋ ਵੀ ਜਿਵੇਂ ਕੋਈ ਮਧੁਰ ਸੁਪਨਾ ਦੇਖ ਰਿਹਾ ਹੋਵੇ, ਅਤੇ ਉਹਦੇ ਕੋਲ ਕੋਈ ਜਾਗ ਕੇ ਬੈਠਾ ਹੋਇਆ ਅਤੇ ਉਹਨੂੰ ਹਿਲਾ ਰਿਹਾ ਵੀ ਜਾਗੋ ਪਿਆਰੇ, ਉੱਠੋ। ਗੁਰਮੁਖ ਪਿਆਰੇ, ਗੁਰਸ਼ਰਨ ਸਿੰਘ, ਤੁਸੀਂ ਕਹੋ ਜੀ ਨਾ ਜੀ, ਅਜੇ ਥੋੜ੍ਹਾ ਜਿਹਾ ਸੁਪਨਾ ਅਧੂਰਾ ਹੈ, ਉਹਨੂੰ ਪੂਰਾ ਹੋ ਲੈਣ, ਮਜ਼ਾ ਆ ਰਿਹਾ ਸੁਪਨਾ ਦੇਖ ਰਹੇ। ਤੁਸੀਂ ਉੱਠਣ ਨੂੰ ਤਿਆਰ ਨਾ ਹੋ, ਤੋ ਜਿਹੜਾ ਲਾਗੇ ਬੈਠਾ ਹੋਇਆ ਹੈ ਉਹ ਤਾਂ ਹਿਲਾਉਂਦਾ ਰਹੇਗਾ, ਹਿਲਾ ਹੀ ਰਿਹਾ ਹੈ। ਇਹ ਜਿਹੜੀਆਂ ਚੋਟਾਂ ਕੀਤੀਆਂ ਜਾਂਦੀਆਂ ਹਨ ਵਾਰ-ਵਾਰ ਮਨ 'ਤੇ, ਹਿਲਾਉਣਾ ਹੈ। ਕਈਆਂ ਨੂੰ ਜ਼ਿਆਦਾ ਹਿਲਾਉਣਾ ਪੈਂਦਾ, ਜ਼ਿਆਦਾ ਚੋਟ ਕਰਨੀ ਪੈਂਦੀ। ਕੁੰਭ ਕਰਨ ਦੀ ਨੀਂਦ ਸੁੱਤੇ ਆ ਨਾ ਕਈ, ਉੱਠਦੇ ਹੀ ਨਹੀਂ। ਦਿੱਤੀ ਬਾਂਗ ਤੂੰ ਨਾ ਜਾਗਦੇ, ਧਾਰਨਾ ਪੜ੍ਹਦੇ ਹੁੰਦੇ ਨੇ, ਬਾਂਗਾਂ ਦੇ ਦੇ ਕੇ ਸਤਿਪੁਰਖ ਚਲੇ ਜਾਂਦੇ ਆ, ਕਿੱਥੇ ਜਾਗਦੇ ਹਨ ਲੋਕ। ਇੰਨੀ ਗਹਿਰੀ ਨੀਂਦ, ਰਾਤ ਦੀ ਨੀਂਦ ਤੋਂ ਛੇਤੀ ਜਾਗ ਜਾਂਦਾ ਹੈ ਬੰਦਾ, ਪਰ ਇਹ ਜਿਹੜੀ ਨੀਂਦ ਹੈ ਜਨਮਾਂ ਜਨਮਾਂਤਰਾਂ ਤੁਸੀਂ ਸੁੱਤੇ ਹੋਏ ਹੋ, ਬੜਾ ਔਖਾ ਹੈ ਜਗਾਉਣਾ। ਰੋਜ਼ ਹੀ ਜਗਾਇਆ ਜਾਂਦਾ, ਵੇਖੋ 8 ਵਜੇ ਰੋਜ਼, ਇਹ ਜਗਾਉਣ ਦਾ ਹੀ ਕੰਮ ਚੱਲ ਰਿਹਾ ਹੈ ਨਾ। ਅਤੇ ਤੁਸੀਂ ਜਾਗਣ ਨੂੰ ਤਿਆਰ ਹੋ, ਇਸੇ ਕਰਕੇ ਬੋਲਿਆ ਜਾ ਰਿਹਾ ਹੈ, ਜਾਗ ਜਾਓ ਇੱਕ ਵਾਰ।
ਬਸ ਫਿਰ ਬੋਲਣ ਦੀ ਲੋੜ ਨਹੀਂ ਹੈ, ਜਗਾਉਣ ਦੀ ਫਿਰ ਕੀ ਲੋੜ ਹੈ ਜਦੋਂ ਜਾਗ ਜਾਓਗੇ। ਤੇ ਇੱਧਰੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਿਆਲ ਵਿੱਚ ਰੱਖੋ ਵੀ ਤੁਸੀਂ ਜਾਗ ਜਾਓ। ਪਰ ਜਿਸ ਤਰ੍ਹਾਂ ਦਾ ਆਦਮੀ ਸੁਪਨਾ ਦੇਖ ਰਿਹਾ ਹੈ ਨਾ, ਅਗਰ ਤੇ ਉਹ ਬਹੁਤ ਪਿਆਰਾ ਸੁਪਨਾ ਦੇਖ ਰਿਹਾ ਹੈ, ਚੰਗਾ ਦੇਖ ਰਿਹਾ ਹੈ, ਵਧੀਆ ਦੇਖ ਰਿਹਾ ਹੈ, ਜੀਵਨ ਭਾਵ ਕਿ ਵਧੀਆ ਚੱਲ ਰਿਹਾ ਹੈ, ਠੀਕ ਠਾਕ, ਤੋ ਸੁਪਨਾ ਦੇਖਦਾ ਰਹਿੰਦਾ। ਜਿਹੜਾ ਕੋਈ ਬੁਰਾ ਸੁਪਨਾ ਦੇਖਦਾ ਹੈ, ਦੁਖਦਾਈ ਸੁਪਨਾ ਦੇਖਦਾ, ਉਹ ਛੇਤੀ ਜਾਗਦਾ ਹੈ। ਇਸੇ ਕਾਰਨ ਹੀ ਸੰਸਾਰ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਸਫਲ ਹੋ ਰਹੇ ਹਨ ਉਹ ਜਾਗਣ ਵਾਲੇ ਪਾਸੇ ਨੂੰ ਨਹੀਂ ਜਾਣਗੇ, ਜਿਹੜੇ ਅਸਫਲ ਹੋ ਰਹੇ ਹਨ ਉਹ ਜਾਗਣ ਵਾਲੇ ਪਾਸੇ ਨੂੰ ਤੁਰ ਪੈਂਦੇ ਹਨ। ਅਤੇ ਜਦੋਂ ਸੁਪਨਾ ਠੀਕ ਠੀਕ ਚੱਲ ਰਿਹਾ ਤੇ ਮੈਂ ਕਹਿੰਦਾ ਸੁਪਨਾ ਤੁਸੀਂ ਦੇਖ ਰਹੇ ਹੋ, ਤੁਸੀਂ ਹੀ ਜਾਗਣਾ ਹੈ। ਤੇ ਇਹ ਬਹੁਤ ਵੱਡੀ ਸੂਰਮਤਾਈ ਵਾਲੀ ਗੱਲ ਵੀ ਨਹੀਂ ਹੈ ਸੁਪਨੇ ਤੋਂ ਜਾਗਣਾ, ਪਰ ਜਿੰਨਾ ਚਿਰ ਤੁਸੀਂ ਸੁਪਨੇ ਦੇ ਵਿੱਚ ਹੋ ਉਹਨਾਂ ਚਿਰ ਤੁਹਾਨੂੰ ਸੂਰਮਤਾਈ ਵਾਲੀ ਗੱਲ ਲੱਗਦੀ ਹੈ ਵੀ ਇਹ ਸੁਪਨਾ ਛੱਡਣਾ ਕਿਵੇਂ। ਸੰਸਾਰ ਦੇਖੋ ਮਰਨ ਵੇਲੇ ਝੱਟ ਸੁੱਟ ਜਾਂਦਾ ਹੈ, ਸੁਪਨਾ ਟੁੱਟ ਜਾਂਦਾ ਹੈ, ਵਿਚਾਲੇ ਨੂੰ ਤੋੜ ਦਿੰਦਾ ਸੀ ਮੌਤ, ਸੁਪਨੇ ਨੂੰ ਤੋੜਦੀ ਹੈ ਤੁਹਾਡੇ ਨੂੰ, ਤਾਂ ਉਦੋਂ ਟੁੱਟ ਜਾਂਦਾ ਹੈ ਨਾ। ਅਤੇ ਕਿੱਥੇ ਜ਼ੋਰ ਲੱਗਦਾ ਹੈ, ਹਰ ਇੱਕ ਹੀ ਤੋੜ ਦਿੰਦਾ ਹੈ ਸੁਪਨਾ, ਜਾਂ ਆਣ ਕੇ ਤੋੜ ਦਿੰਦੇ, ਸਮਾਂ ਆ ਗਿਆ ਟੁੱਟ ਗਿਆ। ਅਤੇ ਜੀਂਦੇ ਜੀ ਵੀ ਟੁੱਟ ਸਕਦਾ ਹੈ, ਤੁਸੀਂ ਜਾਗ ਸਕਦੇ ਹੋ। ਫਿਰ ਮਰਨ ਵੇਲੇ ਜਿਹੜਾ ਟੁੱਟਾ ਹੈ ਉਦੋਂ ਆਦਮੀ ਜਾਗ